ਵਾਹਿਗੁਰੂ 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 ਵਾਹਿਗੁਰੂ। ਸਲੋਕ ਮਹੱਲਾ ਤੀਜਾ। ਤ੍ਰਿਸ਼ਨਾ ਦਾਦੀ ਜਲ ਮੋਈ, ਜਲ ਜਲ ਕਰੇ ਪੁਕਾਰ। ਸਤਿਗੁਰ ਸੀਤਲ ਜੇ ਮਿਲੈ, ਫਿਰ ਜਲੈ ਨਾ ਦੂਜੀ ਵਾਰ। ਨਾਨਕ ਵਿਣ ਨਾਵੈ ਨਿਰਭਉ ਕੋ ਨਹੀਂ, ਜਿਚਰ ਸ਼ਬਦ ਨਾ ਕਰੇ ਵਿਚਾਰ। ਤ੍ਰਿਸ਼ਨਾ ਦਾਦੀ ਜਲ ਮੋਈ, ਜਲ ਜਲ ਕਰੇ ਪੁਕਾਰ। ਸਤਿਗੁਰ ਸੀਤਲ ਜੇ ਮਿਲੈ, ਫਿਰ ਜਲੈ ਨਾ ਦੂਜੀ ਵਾਰ। ਨਾਨਕ ਵਿਣ ਨਾਵੈ ਨਿਰਭਉ ਕੋ ਨਹੀਂ, ਜਿਚਰ ਸ਼ਬਦ ਨਾ ਕਰੇ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ, ਵੱਡ ਭਾਗੇ ਹੋ ਆਪ ਜੀ। ਸਤਿਗੁਰਾਂ ਦੀ ਕਿਰਪਾ ਦੁਆਰਾ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਨ ਕੀਤੇ ਹਨ। ਅੰਮ੍ਰਿਤ ਵੇਲੇ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਰਾਗ ਵਡਹੰਸ ਦੀ ਵਾਰ 6ਵੀਂ ਪੌੜੀ ਦੇ ਨਾਲ ਲੱਗਦੇ ਸਲੋਕ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਹਨ। ਪੌੜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 588 ਤੇ ਸੁਭਾਏਮਾਨ ਹੈ। ਪਾਵਨ ਸਲੋਕਾਂ ਦੇ ਰਾਹੀਂ ਪੌੜੀ ਦੁਆਰਾ ਜੋ ਜੀਵਨ ਜੁਗਤ ਸਤਿਗੁਰੂ ਜੀ ਸਾਡੇ ਸਾਰਿਆਂ ਉੱਤੇ ਕਿਰਪਾ ਕਰਦੇ ਨੇ, ਤਿਸ ਦੇ ਧਾਰਨੀ ਹੋਣ ਵਾਸਤੇ ਸਾਰੇ ਸਤਸੰਗੀ ਜਿੰਨੇ ਵੀ ਗੁਰੂ ਚਰਨਾਂ ਦੇ ਅੰਦਰ ਜੁੜੇ ਹੋ ਜਾਂ ਲਾਈਵ ਪ੍ਰੋਗਰਾਮ ਦੇ ਰਾਹੀਂ ਆਪਣੇ ਘਰਾਂ ਦੇ ਵਿੱਚ ਦੇਸ਼ ਵਿਦੇਸ਼ ਵਿੱਚ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ,
ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਤ੍ਰਿਸ਼ਨਾ ਦਾਦੀ ਜਲ ਮੋਈ, ਜਲ ਜਲ ਕਰੇ ਪੁਕਾਰ। ਤ੍ਰਿਸ਼ਨਾ ਦਾਦੀ ਸੜ ਮੋਈ, ਜਲ ਜਲ ਕਰੇ ਪੁਕਾਰ। ਦੁਨੀਆ ਤ੍ਰਿਸ਼ਨਾ ਦੀ ਅੱਗ ਵਿੱਚ ਸੜੀ ਹੋਈ ਹੈ। ਆਤਮਿਕ ਜੀਵਨ ਵੱਲੋਂ ਮਰੀ ਹੋਈ ਹੈ ਤੇ ਸੜ ਸੜ ਕੇ ਪੁਕਾਰ ਤੋਂ ਭਾਵ ਹੈ ਦੁਖੀ ਹੋ ਰਹੀ ਹੈ, ਪੁਕਾਰਦੀ ਹੈ। ਤ੍ਰਿਸ਼ਨਾ ਦੀ ਅੱਗ ਨਾਲ ਦੁਨੀਆ ਸੜੀ ਹੋਈ ਹੈ, ਆਤਮਿਕ ਜੀਵਨ ਵੱਲੋਂ ਮਰੀ ਹੋਈ ਹੈ। ਸੜ ਸੜ ਕੇ ਦੁਖੀ ਹੋ ਰਹੀ ਹੈ। ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ ਹੈ। ਤ੍ਰਿਸ਼ਨਾ ਦੀ ਅੱਗ ਵਿੱਚ ਸੜਨ ਦਾ, ਆਤਮਿਕ ਜੀਵਨ ਵੱਲੋਂ ਮਰਨ ਦਾ, ਦੁਖੀ ਹੋਣ ਦਾ ਕਾਰਨ ਕੀ ਹੈ? ਬਹੁਤ ਵਾਰੀ ਬਾਬਾ ਨਾਨਕ ਜੀ ਦਾ ਇਹ ਸ਼ਬਦ ਆਪ ਜੀ ਪੜ੍ਹਦੇ ਹੋ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਜਿਸ ਸਰੀਰ ਦੇ ਵਿੱਚੋਂ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਵਾਲੀ ਬਾਣੀ ਵਿਸਰ ਜਾਂਦੀ ਹੈ, ਵਾਹਿਗੁਰੂ ਦੀ ਯਾਦ ਭੁੱਲ ਜਾਂਦੀ ਹੈ ਤੇ ਕੁਦਰਤੀ ਤੌਰ ਤੇ ਉਸ ਦਾ ਵਿਰਲਾਪ ਇਉਂ ਹੋਵੇਗਾ ਜਿਵੇਂ ਪੱਕਾ ਰੋਗੀ। ਪੱਕਾ ਰੋਗੀ ਤੋਂ ਭਾਵ ਹੈ ਕੋੜ ਦਾ ਰੋਗੀ, ਕਿਉਂਕਿ ਕੋੜੀ ਨੂੰ ਕਦੇ ਵੀ ਚੈਨ ਨਹੀਂ ਮਿਲਦਾ। ਤੇ ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ। ਬਸੰਤ ਸਵਰਗ ਲੋਕੈ, ਜਿਤ ਤੇ ਪ੍ਰਿਥਵੀ ਨਵ ਖੰਡਣੈ, ਬਿਸਰੰਤ ਹਰ ਗੋਪਾਲੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਨੈ, ਕੌਤਕ ਕੋੜ ਤਮਾਸਿਆ, ਚਿਤ ਨ ਆਵਸ ਨਾਉ, ਨਾਨਕ ਕੋੜੀ ਨਰਕ ਬਰਾਬਰੇ, ਉੱਜੜ ਸੋਈ ਥਾਉ। ਸੁਖ ਦੁਨਿਆਵੀ ਤੌਰ ਤੇ ਜਿੰਨੇ ਮਰਜ਼ੀ ਹੋਣ, ਪਰ ਸਾਧ ਸੰਗਤ ਜੇ ਵਾਹਿਗੁਰੂ ਦੀ ਯਾਦ ਨਹੀਂ, ਫਿਰ ਤ੍ਰਿਸ਼ਨਾ ਦੀ ਅੱਗ ਸਾੜੇਗੀ। ਫਿਰ ਇਹ ਹਾਲਤ ਹੋਵੇਗੀ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜਿਉ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਸਤਿਗੁਰਾਂ ਨੇ ਕਿਰਪਾ ਕੀਤੀ। ਦੁਨੀਆ ਕੀ ਹੈ ਤੇ ਰੱਬ ਦਾ ਨਾਮ ਕੀ ਹੈ? ਬਸ ਇਹ ਗੱਲ ਸਮਝ ਲਈਏ ਤੇ ਫਿਰ
ਤ੍ਰਿਸ਼ਨਾ ਦੀ ਅੱਗ ਤੋਂ ਸੜਨ ਤੋਂ ਬਚ ਜਾਵਾਂਗੇ। ਪਾਤਸ਼ਾਹ ਜੀ ਆਖਦੇ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ, ਸਗ ਨਾਨਕ ਦੀ ਬਾਣ ਮਸਤਾਨਾ, ਨਿਤ ਚੜੇ ਸੁਆਇਆ, ਆਤਸ਼ ਦੁਨੀਆ ਖੁਨਕ ਨਾਮ ਖੁਦਾਇਆ। ਵਾਹਿਗੁਰੂ ਮੈਂ ਤੇਰੇ ਦਰ ਦਾ ਕੁੱਤਾ ਹਾਂ, ਮਸਤਾਨਾ ਹਾਂ, ਇਹ ਮਸਤੀ ਮੈਨੂੰ ਦਿਨ ਰਾਤ ਚੜੀ ਰਵੇ। ਸਗ ਨਾਨਕ ਦੀਵਾਨ ਮਸਤਾਨਾ, ਨਿਤ ਚੜੇ ਸੁਆਇਆ, ਆਤਸ਼ ਦੁਨੀਆ ਖੁਨਕ ਨਾਮ ਖੁਦਾਇਆ। ਦੁਨੀਆ ਅੱਗ ਹੈ, ਰੱਬ ਦਾ ਨਾਮ ਖੁਨਕ, ਖੁਨਕ ਤੋਂ ਭਾਵ ਠੰਡਾ ਹੈ। ਕਲ ਤਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ। ਕਲ ਦਾ ਪ੍ਰਭਾਵ, ਕਲ ਯੁਗ ਦਾ ਪ੍ਰਭਾਵ, ਕਲੇਸ਼ਾਂ ਭਰੇ ਸਮੇਂ ਦਾ ਪ੍ਰਭਾਵ ਤੱਤਾ ਹੈ। ਵਾਹਿਗੁਰੂ ਦਾ ਨਾਮ ਠੰਡਾ ਹੈ। ਮਹਾਰਾਜ ਆਖਦੇ ਨੇ, ਸਿਮਰੋ ਵਾਹਿਗੁਰੂ ਸਤਨਾਮ ਤੇ ਸੁਖ ਪ੍ਰਾਪਤ ਕਰ ਲਓ। ਸਿਮਰੋ, ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਤਿਗੁਰੂ ਕਿਰਪਾ ਕਰਦੇ ਨੇ। ਗੱਲ ਛੋਟੇ ਵੱਡੇ ਦੀ ਨਹੀਂ, ਸਾਰੇ ਹੀ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਪਏ ਨੇ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪੁੱਛੀਏ, ਮਹਾਰਾਜ ਕੌਣ ਕੌਣ ਹੈ ਜਿਹੜਾ ਇਸ ਅੱਗ ਵਿੱਚ ਸੜ ਰਿਹਾ ਹੈ? ਤੇ ਸਤਿਗੁਰੂ ਜੀ ਆਖਦੇ ਨੇ, ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕਿ ਤ੍ਰਿਸ਼ਨ ਨ ਬੁਝੀ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨ ਸੂਝੀ। ਬਿਖਿਆ ਮਹਿ ਕਿਨਹੀ ਤ੍ਰਿਪਤ ਨ ਪਾਈ, ਜਿਉ ਪਾਵਕ ਇੰਧਨ ਨੀ ਤਰਾਪੈ। ਮਹਾਰਾਜ ਆਖਦੇ ਨੇ, ਬਿਨ ਹਰ ਕਹਾਂ ਅਘਾਈ, ਨਾਮ ਤੋਂ ਬਗੈਰ ਰੱਜ ਕਿੱਥੋਂ ਆਣਾ? ਕਿਉਂਕਿ ਸਹਿਸ ਖੱਟੇ ਲੱਖ ਕੋ ਉਠਤਾ ਵੈ, ਤ੍ਰਿਪਤ ਨ ਆਵੈ, ਮਾਇਆ ਪਾਛੈ ਪਾਵੈ। ਇੱਥੇ ਸਤਿਗੁਰੂ ਕਿਰਪਾ ਕਰਦੇ ਨੇ। ਤ੍ਰਿਸ਼ਨਾ ਦੀ ਅੱਗ ਵਿੱਚ ਸਾਰੀ ਦੁਨੀਆ ਸੜੀ ਹੋਈ ਹੈ, ਕਿਉਂਕਿ ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਪਰ ਬਾਬਾ ਸਾਡੇ ਵਰਗਾ ਨਹੀਂ ਸੀ, ਸਾਡੇ ਵਰਗਾ ਨਹੀਂ ਸੀ। ਬਾਬੇ ਨੇ ਧਿਆਨ ਮਾਰਿਆ ਤੇ ਜਦੋਂ ਸੜਦੀ ਹੋਈ ਦੁਨੀਆ ਨੂੰ ਵੇਖਿਆ, ਸਾਧ ਸੰਗਤ, ਨਾਮ ਦਾ ਛੱਟਾ ਦੇਣ ਵਾਸਤੇ, ਤਰੌਂਕਾ ਦੇਣ ਵਾਸਤੇ ਬਾਬੇ ਨੇ ਆਪਣਾ ਪ੍ਰੋਗਰਾਮ ਬਣਾ ਲਿਆ। ਮਾਂ ਪਿਓ ਨੂੰ ਲੋੜ ਹੈ ਬਜ਼ੁਰਗੀ ਦੇ ਵਿੱਚ, ਜਵਾਨ ਪਤਨੀ ਨੂੰ ਘਰ ਵਿੱਚ ਪਤੀ ਦੀ ਲੋੜ ਹੈ, ਤੇ ਛੋਟੇ ਬੱਚਿਆਂ ਨੂੰ ਪਿਓ ਦੀ ਲੋੜ ਹੈ। ਪਰ ਕੁਝ ਸਮੇਂ ਵਾਸਤੇ ਮਾਂ ਪਿਓ ਦਾ ਵੀ ਧਿਆਨ ਇੱਕ ਪਾਸੇ, ਪਤਨੀ ਦਾ ਧਿਆਨ ਵੀ ਇੱਕ ਪਾਸੇ, ਤੇ ਪੁੱਤਰਾਂ ਦਾ ਧਿਆਨ ਵੀ ਇੱਕ ਪਾਸੇ। ਪਰ ਜਲਦੀ ਹੋਈ ਪ੍ਰਿਥਵੀ ਜਿਹੜੀ ਧਿਆਨ ਨਾਲ ਵੇਖੀ ਹੈ, ਲੁਕਾਈ ਵੇਖੀ ਹੈ, ਉਸ ਨੂੰ ਸੜਨ ਤੋਂ ਬਚਾਉਣ ਵਾਸਤੇ ਬਾਬੇ ਨੇ ਉਪਰਾਲਾ ਕੀਤਾ। ਮੈਂ ਬੇਨਤੀ ਕਰਾਂਗਾ, ਅੱਜ ਅੱਗ ਭਾਵੇਂ ਆਪਣੇ ਘਰ ਵਿੱਚ ਲੱਗੀ ਹੋਵੇ, ਭਾਵੇਂ ਗੁਆਂਢੀ ਦੇ ਘਰ ਵਿੱਚ ਲੱਗੀ ਹੋਵੇ, ਉਹਨੂੰ ਅੱਗ ਹੀ ਸਮਝੀਏ। ਕਿਉਂਕਿ ਅੱਜ ਆਪਾਂ ਦੂਜੇ ਦੇ ਘਰ ਵਿੱਚ ਲੱਗੀ ਹੋਈ ਅੱਗ ਨੂੰ ਬਸੰਤਰ ਕਵਾਂਗੇ, ਤੇ ਕੱਲ ਨੂੰ ਉਸ ਦਾ ਸੇਕ ਸਾਨੂੰ ਵੀ ਲੱਗ ਸਕਦਾ ਹੈ। ਇਹ ਧਿਆਨ ਰੱਖਣਾ ਹੈ। ਬਾਬੇ ਨੇ ਧਿਆਨ ਮਾਰਿਆ, ਸੜਦੀ ਹੋਈ ਪ੍ਰਿਥਵੀ ਨੂੰ ਵੇਖਿਆ, ਤੇ ਬਾਬਾ ਬਹਿ ਨਹੀਂ ਸਕਿਆ, ਤੁਰ ਪਿਆ। ਭਾਈ ਗੁਰਦਾਸ ਜੀ ਆਪਣੀ ਪਾਵਨ ਰਚਨਾ ਦੇ ਅੰਦਰ ਕਿਰਪਾ ਕਰਦੇ ਨੇ, ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ,
क्योंकि बाजों गुरु गुवार है करदी सुनी लुकाई। बाबे भीख बनाया उदासी दी रीत चलाई। बाबे ने भीख बनाया, बाबा तुर पिया किस वास्ते? लुकाई दा भला करन वास्ते। चढ़िया सोधन धरत लुकाई, लुकाई दा भला करन वास्ते बाबा तुरिया है। ते सतगुरु महाराज अज जिथे ये गल कह रहे ने, तृष्णा दी अग विच दुनिया सड़ रही है, दादी सड़ी हुई है, आत्मक जीवन वल्लों मरी हुई है, ते सड़ सड़ के जल जल तो भाव सड़ सड़ के पुकार करदी पई दुखी हो रही है। सतगुर शीतल जे मिलै, फिर जलै न दूजी वार। हाँ, जे सतगुरु जेड़ा शीतल है, ठंडा है, एक बारी जीवन दे अंदर मिल जाए, फिर इस गुरु दे नाल मिलिया। किस गुरु दे नाल जेड़ा ठंडा है? महाराज आखदे ने दूजी वार सड़ना नहीं पवेगा। भाव इयों जेड़ा पहला तृष्णा दी अग विच सड़िया होया है, ओ जे शीतल गुरु नूं मिल पवे ते दोबारा उहनूं सड़ना नहीं पवेगा। फिर बेनती, सज्जन ठग सी, पर जदों गुरु नाल मिल गया, ऐसी किरपा होई भाई सज्जन बन गया। कड़ाहा फिर भी रहा है कौडे दे कोल, पहला भी सी, पर पहला तृष्णा दे विच गरसिया होया, लोकां नूं कड़ाई विच तल तल के खांदा सी। जदों पूरे गुरु की किरपा दृष्टि होई, अंदर ठंड वरती, कहन लगा सतगुरु कड़ाहा तो इहो ही रहेगा, कड़ाहा रहेगा, पर हुण इस कड़ाहे विच लोकां नूं तल के नहीं खाधा जावेगा, बल्कि गुरु का लंगर तैयार करके लोड़वंदां दी लोड़ पूरी होवेगी। फिर ध्यान देविओ, गुरु शीतल है, हिमालय पर्वत ते जाइए, कहन दी लोड़ है कि हिमालय मैनू ठंड दे, नहीं कुदरती तौर ते मिलेगी, क्योंकि उत्थे है ही ठंड। जदों आपां बर्फीले इलाकिਆਂ ਦੇ ਵਿੱਚ ਜਾਵਾਂਗੇ, सानू कहन दी लोड़ नहीं पवेगी कि सानू ठंड मिले, उत्थे है ही ठंड। ते गुरु महाराज गुरु नानक पातशाह जी किरपा करते ने, जिथे मेरा सतगुरु नाम दा दाता है, उत्थे बर्फ दा घर है, उत्थे बर्फ दा घर है। तिन्ना लोकां दे विच चानन करन वाला है। हाँ, ऐसे गुरु दी किरपा प्राप्त हो जावे, ना मुकन वाला नाम जीवन दे अंदर प्राप्त हो जावे, दुख दी थां ते सुख वरतदा है। सतगुरां दे पावन बचन ने, गुर दाता गुर हिवै घर, गुर दीपक त्यों लोए, अमर पदार्थ नानका मन मान्य सुख होए। नाम अमुक खजाना अमार है, ना मुकन वाला है, ना मरन वाला है, ना नाश होने वाला है, पर ये जे मन मन जावे इस नाम दे नाल, ते गुरु पातशाह जी कृपा करते ने, जीवन दे अंदर सुख वरतदा है। तपाउन वाले तप गए, पर साध संगत जिस सतगुरु नूं तपाया जा रहा है, वो सतगुरु नहीं तपे। क्योंकि विद्वान आम तौर ते कहंदे ने, महीना भी तत्ता, रेत भी तत्ती, लो भी तत्ता, पानी भी तत्ता, रेता भी तत्ता। तपाउन वाला भावे वो साध संगत होवे जहांगीर, भावे वो होवे फरीद बुखारी, भावे होवे अहमद सरहंदी,
ਭਾਵੇਂ ਹੋਵੇ ਚੰਦੂ ਸਾਰੇ ਤਪ ਗਏ। ਇੱਥੋਂ ਤੱਕ ਪ੍ਰਿੰਸੀਪਲ ਸਤਬੀਰ ਸਿੰਘ ਨੇ ਲਿਖਿਆ ਹੈ, ਬੰਦਗੀ ਕਰਨ ਵਾਲੇ ਨੂੰ ਵੀ ਐਸਾ ਕੁਝ ਵੇਖ ਕੇ ਮਨ ਅੰਦਰ ਰੋਹ ਆ ਗਿਆ। ਪਰ ਸਤਿਗੁਰਾਂ ਨੇ ਆਖਿਆ ਸੀ ਨਾ, ਪੀਰ ਮੀਆਂ ਮੀਰ ਨੂੰ ਤਪਨ ਦੀ ਲੋੜ ਨਹੀਂ। ਅਸੀਂ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਸੀਤਲ ਹਾਂ, ਕੇਵਲ ਤੇ ਕੇਵਲ ਨਾਮ ਦੁਆਰਾ। ਕਿਉਂਕਿ ਆਖਿਆ ਸੀ ਦੁੱਖ ਨਾਹੀ ਸਭ ਸੁਖ ਹੀ ਹੈ ਰੇ। ਮਹਾਰਾਜ ਆਖਦੇ ਨੇ ਦੁੱਖ ਨਹੀਂ, ਮੇਰੇ ਵਾਸਤੇ ਤਾਂ ਸੁਖ ਹੈ। ਕਿਉਂ? ਅੰਦਰੋਂ ਠੰਡੇ ਨੇ, ਅੰਦਰ ਠੰਡ ਵਰਤ ਰਹੀ ਹੈ। ਅੰਦਰ ਠੰਡ ਦਾ ਜਿਹੜਾ ਨਾ ਪ੍ਰਭਾਵ ਹੈ, ਠੰਡ ਨਾਮ ਦੁਆਰਾ ਮਿਲੀ। ਕਿਉਂਕਿ ਚੰਦਨ ਚੰਦ ਨ ਸਰਦ ਰੁੱਤ, ਮੂਲ ਨ ਮਿਟਈ ਕਾਮ। ਸੀਤਲ ਥੀਵੇ ਨਾਨਕਾ, ਜਪੰਦੜੋ ਹਰ ਨਾਮ। ਨ ਸੀਤਲੰ ਚੰਦਨ ਦੇਵੈ, ਨਾ ਸੰਤਰੀ ਸੀਤਲੰ ਚੰਦਨ ਭਾਵਨੈ। ਨਾਰੀ ਆਖਦੇ ਹਨ, ਨ ਸੀਤਲੰ ਸੀਤਰੋ ਤੇਨ, ਨਾਨਕ ਸੀਤਲੰ ਸਾਧ ਸਵਜਨੈ। ਨ ਸੀਤਲੰ ਚੰਦਨ, ਨਾ ਸੀਤਲੰ ਚੰਦਰ, ਨਾ ਸੀਤਲੰ ਸੀਤਰੋ ਤੇਨ। ਚੰਦਰਮਾ ਵੀ ਠੰਡਾ ਹੈ, ਚੰਦਨ ਵੀ ਠੰਡਾ ਹੈ, ਤੇ ਸਰਦੀ ਦੀ ਰੁੱਤ ਵੀ ਠੰਡੀ ਹੈ। ਪਰ ਮਹਾਰਾਜ ਆਖਦੇ ਨੇ, ਜਿਸ ਹਿਰਦੇ ਦੇ ਅੰਦਰ ਅੱਗ ਬਲਦੀ ਪਈ ਤ੍ਰਿਸ਼ਨਾ ਦੀ, ਜਿਸ ਹਿਰਦੇ ਦੇ ਅੰਦਰ ਵਿਕਾਰਾਂ ਦੀ ਅੱਗ ਬਲ ਰਹੀ ਏ, ਉੱਥੇ ਨਾ ਚੰਦਨ ਕੁਝ ਕਰੇਗਾ, ਨਾ ਚੰਦਰਮਾ ਕਰੇਗਾ, ਨਾ ਸਰਦ ਰੁੱਤ ਕਰੇਗੀ। ਕੇਵਲ ਤੇ ਕੇਵਲ ਗੁਰੂ ਕੀ ਸੰਗਤ ਦਾ ਸੰਗ ਜਦੋਂ ਹੋਵੇਗਾ ਜੀਵਨ ਦੇ ਅੰਦਰ, ਅੰਦਰ ਠੰਡ ਵਰਤੇਗੀ। ਸਤਿਗੁਰੂ ਕਿਰਪਾ ਕਰਦੇ ਨੇ। ਤ੍ਰਿਸ਼ਨਾ ਦਾਦੀ ਜਲ ਮੋਈ, ਜਲ ਜਲ ਕਰੇ ਪੁਕਾਰ। ਸਤਿਗੁਰ ਸੀਤਲ ਜੇ ਮਿਲੇ, ਜਲੇ ਨਾ ਦੂਜੀ ਵਾਰ। ਜੇ ਸਤਿਗੁਰੂ ਜਿਹੜਾ ਆਪ ਠੰਡਾ ਹੈ ਜੀਵਨ ਦੇ ਅੰਦਰ ਮਿਲ ਜਾਵੇ ਦੂਜੀ ਵਾਰ, ਫਿਰ ਤ੍ਰਿਸ਼ਨਾ ਦੀ ਅੱਗ ਵਿੱਚ ਸੜਨਾ ਨਹੀਂ ਪੈਂਦਾ। ਨਾਨਕ ਵਿਣ ਨਾਵੈ ਨਿਰਭਉ ਕੋ ਨਹੀਂ, ਜਿਚਰ ਸ਼ਬਦ ਨਾ ਕਰੇ ਵਿਚਾਰ। ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਨਾਮ ਤੋਂ ਬਗੈਰ ਕੋਈ ਨਿਰਭਉ ਨਹੀਂ, ਡਰ ਤੋਂ ਰਹਿਤ ਨਹੀਂ। ਤੇ ਨਾਮ ਮਿਲਣਾ ਹੈ ਗੁਰੂ ਦੇ ਸ਼ਬਦ ਵਿੱਚੋਂ। ਜਦੋਂ ਗੁਰੂ ਦੀ ਸ਼ਬਦ ਵਿਚਾਰ ਕਰਾਂਗੇ, ਨਾਮ ਨਾਲ ਜੁੜਾਂਗੇ, ਨਾਮ ਨਾਲ ਜੁੜਾਂਗੇ, ਨਿਰਭਉ ਹੋ ਜਾਵਾਂਗੇ। ਨਿਰਭਉ ਦਾ ਭਾਵ ਕੀ ਹੈ? ਹਰ ਬੰਦਾ ਸਹਿਮ ਵਿੱਚ ਹੈ, ਹਰ ਬੰਦਾ ਡਰ ਵਿੱਚ ਹੈ। ਤਾਂ ਹੀ ਤਾਂ ਤ੍ਰਿਸ਼ਨਾ ਦੀ ਅੱਗ ਸਤਾਰੀ। ਜੇ ਕਿਤੇ ਨਿਰਭਉ ਹੋ ਜਾਵੇ, ਆਖੇ ਮੈਨੂੰ ਨੱਕ ਰੱਖਣ ਦੀ ਲੋੜ ਨਹੀਂ, ਤੇ ਨੱਕ ਰੱਖ ਕੇ ਕੰਨਾਂ ਦੇ ਨਾਲ ਫਿਰ ਸੁਣਨ ਦੀ ਲੋੜ ਨਹੀਂ, ਤੇ ਤ੍ਰਿਸ਼ਨਾ ਦੀ ਅੱਗ ਪ੍ਰਭਾਵ ਪਾਵੇਗੀ ਨਹੀਂ। ਅਸੀਂ ਕੇਵਲ ਤੇ ਕੇਵਲ ਤ੍ਰਿਸ਼ਨਾ ਦੀ ਅੱਗ ਵਿੱਚ ਤਾਂ ਸੜੇ ਪਏ ਹਾਂ, ਨੱਕ ਰੱਖਣ ਵਾਸਤੇ ਕਰਦੇ ਆ, ਤੇ ਜੋ ਕੁਝ ਕੀਤਾ ਉਹਨੂੰ ਫਿਰ ਸੁਣਨਾ ਵੀ ਚਾਹੁੰਦੇ ਆ। ਪਰ ਭਗਤਾਂ ਨੇ ਨਿਰਭਉ ਹੋ ਕੇ ਡੰਕੇ ਦੀ ਆਵਾਜ਼ ਤੇ ਇਹ ਗੱਲ ਕਹੀ, ਨਾਕੋਂ ਕਾਟੀ ਕਾਨੋਂ ਕਾਟੀ, ਕਾਟ ਕੂਟ ਕੇ ਡਾਰੀ। ਕਹੋ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਤੇ ਜਦੋਂ ਇਹ ਗੱਲ ਜੀਵਨ ਦੇ ਅੰਦਰ ਆ ਗਈ, ਤ੍ਰਿਸ਼ਨਾ ਮੁੱਕ ਗਈ। ਪਰ ਇਹ ਗੱਲ ਕਦੋਂ ਸਮਝ ਵਿੱਚ ਆਵੇਗੀ? ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਾਂਗੇ, ਨਾਮ ਨਾਲ ਜੁੜਾਂਗੇ, ਫਿਰ ਨਿਰਭਉ ਜਪੈ ਸਗਲ ਭਉ ਮਿਟੈ ਵਾਲੀ ਗੱਲ ਜੀਵਨ ਦੇ ਅੰਦਰ ਵਸ ਜਾਵੇਗੀ। ਮਹੱਲਾ ਤੀਜਾ। ਭੇਖੀ ਅਗਨ ਨਾ ਬੁਝਈ, ਚਿੰਤਾ ਹੈ ਮਨ ਮਾਹੇ। ਭੇਖਾਂ ਨਾਲ, ਵਿਖਾਵੇ ਨਾਲ ਤ੍ਰਿਸ਼ਨਾ ਦੀ ਅੱਗ ਨਹੀਂ ਬੁਝਦੀ। ਕਿਉਂਕਿ ਅੰਦਰ ਤਾਂ ਚਿੰਤਾ ਹੈ, ਅੰਦਰ ਤਾਂ ਫਿਕਰ ਹੈ, ਅੰਦਰ ਤਾਂ ਝੋਰਾ ਹੈ। ਮਹਾਰਾਜ ਆਖਦੇ ਨੇ, ਬਾਹਰੋਂ ਬੇਸ਼ੱਕ ਬੰਦਾ ਕੋਈ ਕਹੀ ਜਾਵੇ ਬੜੀ ਕਿਰਪਾ ਹੈ ਜੀ, ਕਿਸੇ ਗੱਲ ਦੀ ਕਮੀ ਨਹੀਂ ਜੀ, ਬੜੀ ਵਾਹਿਗੁਰੂ ਨੇ ਕਿਰਪਾ ਕੀਤੀ ਹੋਈ ਹੈ। ਮਹਾਰਾਜ ਆਖਦੇ ਨੇ ਇਹ ਕੇਵਲ ਭੇਖ ਹੈ। ਅੰਦਰ ਤਾਂ ਚਿੰਤਾ ਲੱਗੀ ਹੋਈ ਹੈ ਵੀ ਗੁਆਂਢੀ ਦਾ ਵੀ ਮੇਰੇ ਘਰ ਵਿੱਚ ਆ ਜਾਵੇ। ਕਿਉਂਕਿ ਵਿਦਵਾਨ ਸੱਜਣ ਸਿਆਰੇ ਇਹ ਗੱਲ ਕਹਿੰਦੇ ਨੇ, ਬੰਦਾ ਇੰਨਾ ਦੁਖੀ ਆਪਣੇ ਦੁੱਖ ਕਰਕੇ ਨਹੀਂ
ਜਿੰਨਾ ਦੂਜੇ ਦਾ ਸੁੱਖ ਵੇਖ ਕੇ ਜੀਵਨ ਦੇ ਅੰਦਰ ਦੁਖੀ ਹੋ ਰਿਹਾ ਹੈ, ਇਹ ਧਿਆਨ ਦੇਵਿਓ। ਜਿੰਨਾ ਬੰਦਾ ਆਪਣੇ ਦੁੱਖ ਨਾਲ ਦੁਖੀ ਨਹੀਂ, ਉਹਨਾਂ ਦੂਜੇ ਦੇ ਸੁੱਖ ਨੂੰ ਵੇਖ ਕੇ ਦੁਖੀ ਹੋ ਰਿਹਾ ਹੈ। ਤੇ ਧਿਆਨ ਮਾਰਿਓ, ਇਹ ਹਾਲਤ ਇੱਕ ਦੇ ਨਹੀਂ। ਆਸੇ ਪਾਸੇ ਨਾ ਵੇਖੀਏ, ਆਪਣੇ ਗਰੀਬਾਨ ਦੇ ਅੰਦਰ ਝਾਤ ਮਾਰ ਕੇ ਵੇਖੀਏ, ਸਾਡੇ ਸਾਰਿਆਂ ਦੀ ਇਹ ਹਾਲਤ ਹੈ। ਬਾਹਰੋਂ ਕਵਾਂਗੇ ਬੜੀ ਕਿਰਪਾ ਜੀ, ਬੜੀ ਵਾਹਿਗੁਰੂ ਨੇ ਮਿਹਰ ਕੀਤੀ ਹੋਈ ਹੈ ਜੀ, ਪਰ ਅੰਦਰ ਇਹ ਭਾਵਨਾ ਨਹੀਂ। ਤੇ ਮਹਾਰਾਜ ਨੇ ਉਦਾਹਰਨ ਦੇ ਕੇ ਇਹ ਗੱਲ ਸਮਝਾਈ ਹੈ। ਵਰਮੀ ਮਾਰੀ ਸਾਪ ਨਾ ਮਰੈ, ਤਿਉ ਨਿਗੁਰੇ ਕਰਮ ਕਮਾਹੇ। ਵਰਮੀ ਖੁੱਡ ਨੂੰ ਕਿਹਾ ਜਾਂਦਾ ਹੈ। ਖੁੱਡ, ਸੱਪ ਦੀ ਖੁੱਡ ਨੂੰ ਬੰਦ ਕਰ ਦਈਏ ਜਾਂ ਕੁੱਟੀ ਜਾਈਏ, ਕੀ ਸੱਪ ਮਰ ਜਾਏਗਾ? ਨਹੀਂ, ਬਿਲਕੁਲ। ਮਹਾਰਾਜ ਆਖਦੇ ਨੇ ਨਿਗੁਰੇ ਬੰਦੇ, ਜਿਨ੍ਹਾਂ ਦਾ ਗੁਰੂ ਹੀ ਕੋਈ ਨਹੀਂ, ਉਹ ਬਸ ਇਹੋ ਜਿਹੇ ਕਰਮ ਕਮਾਉਂਦੇ ਨੇ। ਕਿਹੜੇ? ਵਿਖਾਵੇ ਦੇ। ਬਾਹਰੋਂ ਵਿਖਾਵਾ ਬੜਾ ਦਿਖਾਣਗੇ। ਅੱਜ ਜਿੰਨੇ ਤਿਆਗੀ ਬੈਰਾਗੀ ਸੰਨਿਆਸੀ ਸਾਨੂੰ ਨਜ਼ਰ ਆ ਰਹੇ ਨੇ, ਉਨੀ ਗ੍ਰਸਤੀਆਂ ਦੇ ਕੋਲ ਨਹੀਂ, ਉਨੀ ਸਾਧ ਸੰਗਤ ਘਰ ਬਾਰੀਆਂ ਦੇ ਕੋਲ ਨਹੀਂ ਚਿੰਤਾ, ਜਿੰਨੀ ਉਹਨਾਂ ਨੂੰ ਚਿੰਤਾ ਲੱਗੀ ਹੋਈ। ਆ ਵੇਖੋ ਨਾ, ਮਰਨ ਤੋਂ ਬਾਅਦ ਕਰੋੜਾਂ ਦੇ ਬੈਲੈਂਸ ਉਹਨਾਂ ਲੋਕਾਂ ਦੇ ਨਿਕਲਦੇ ਨੇ। ਮੈਂ ਬੇਨਤੀ ਕਰ ਰਿਹਾ, ਗੱਲ ਇੱਕ ਦੀ ਨਹੀਂ, ਆਲੇ ਦੁਆਲੇ ਧਿਆਨ ਮਾਰ ਕੇ ਵੇਖੀਏ। ਜਿਹੜੇ ਗੁਰੂ ਦੀ ਮੱਤ ਤੋਂ ਦੂਰ ਚਲੇ ਗਏ, ਨਿਗੁਰੇ ਨੇ, ਉਹ ਫਿਰ ਇਹੋ ਜਿਹੇ ਕਰਮ ਕਮਾਉਂਦੇ ਨੇ। ਪਾਪ ਭੇਖ ਜੀਵਨ ਦੇ ਅੰਦਰ ਧਾਰਨ ਕਰਕੇ ਲੋਕਾਂ ਨੂੰ ਲੁੱਟਣ ਦਾ ਯਤਨ ਕਰਦੇ ਨੇ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੱਜ ਤੋਂ ਕਈ ਸੌ ਸਾਲ ਪਹਿਲਾਂ ਇਹ ਗੱਲ ਕਹਿ ਦਿੱਤੀ, ਭੇਖ ਦਿਖਾਈ ਜਗਤ ਕੋ, ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ, ਬਾਸ ਨਰਕ ਮੈਂ ਲੀਨ। ਧਿਆਨ ਦੇਵਿਓ, ਇਹੋ ਜਿਹੇ ਲੋਕ ਨਰਕਾਂ ਵਿੱਚ ਪੈਂਦੇ ਨੇ, ਕਿਉਂਕਿ ਮਹਾਰਾਜ ਪਾਵਨ ਬਾਣੀ ਦੇ ਅੰਦਰ ਕਿਰਪਾ ਕਰਦੇ ਹਨ। ਪਾਤਸ਼ਾਹ ਜੀ ਆਖਦੇ ਨੇ, ਗੋਬਿੰਦ ਭਜਨ ਕੀ ਮਤ ਹੈ ਹੋਰਾ। ਗੁਰੂ ਦੇ ਕਿਰਪਾ ਨਾਲ ਗੋਬਿੰਦ ਦਾ ਭਜਨ ਕਰਨ ਵਾਲਿਆਂ ਦੀ ਮਤ ਦੀ ਗੱਲ ਹੈ ਹੋਰ, ਵੱਖਰੀ, ਉਹਨਾਂ ਦੀ ਗੱਲ ਵੱਖਰੀ ਹੈ। ਗੋਬਿੰਦ ਭਜਨ ਕੀ ਮਤ ਹੈ ਹੋਰਾ, ਵਰਮੀ ਮਾਰੀ ਸਾਪ ਨਾ ਮਰੀ, ਨਾਮ ਨਾ ਸੁਨਈ ਡੋਰਾ। ਡੋਰਾ ਤੋਂ ਭਾਵ ਬੋਲਾ, ਨਾਮ ਨਹੀਂ ਸੁਣਦਾ। ਤੇ ਹਾਲਤ ਉਸ ਦੀ ਇਹੋ ਜਿਹੀ ਹੈ, ਜਿਵੇਂ ਸੱਪ ਨੂੰ ਮਾਰਨ ਵਾਸਤੇ ਖੁੱਡ ਨੂੰ ਕੁੱਟੀ ਜਾਓ, ਸੱਪ ਦਾ ਕੁਝ ਨਹੀਂ ਵਿਗੜੇਗਾ। ਬਿਲਕੁਲ ਨਾਮ ਤੋਂ ਬਗੈਰ ਜੀਵਨ ਦੇ ਅੰਦਰ ਜਿੰਨੇ ਕਰਮ ਹਨ, ਇਹ ਨਿਗੁਰੇ ਆਪਣੇ ਜੀਵਨ ਦੇ ਅੰਦਰ ਕਮਾਉਂਦੇ ਹਨ। ਪਰ ਇੱਕ ਗੱਲ ਧਿਆਨ ਦੇ ਵਿੱਚ ਰੱਖਣਾ ਹੈ, ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਨਿਗੁਰਾ ਜਿਹੜਾ ਹੈ, ਉਸ ਦਾ ਨਾਮ ਲੈਣਾ ਵੀ ਬੁਰਾ ਹੈ, क्योंकि आप जी सतगुरु बाजों गुरनी कोई, निगुरे का है नाम बुरा, निगुरे का है नाम बुरा। इत्थे सतगुरु महाराज कृपा करते ने। तृष्णा अंदर है, चिंता अंदर है, भेख करन नाल चिंता या तृष्णा दी अग नहीं बुझदी, क्योंकि जिवें सप नूं मारन तो बगैर खुद नूं कुट्टी जाओ कोई फायदा नहीं। बिल्कुल इसे तरह निगुरे बंदे अपने जीवन दे अंदर कर्म करते हन। सतगुर दाता सेवियै, शब्द वसै मन आए। सतगुरु दाते नूं सेविए, उसका नाम जपिए। जदों शब्द नाल जुड़ांगे, नाम अंदर आके वसेगा। मन तन शीतल शांत होए, तृष्णा अगन बुझाए। मन भी शीतल हो जाएगा, तन भी शीतल हो जाएगा, रसना भी शीतल हो जाएगी। कदों? जदों वाहिगुरु परमात्मा दा नाम जपांगे ते तृष्णा दी अग भी बुझ जाएगी। क्योंकि रसना गुण गोपाल निद गायन, शांत सहज रहस मन उपजो, सगले दुख पलायन। जदों नाम नाल जुड़ांगे, तन भी शीतल मन भी शीतल हो जाएगा।
ਤ੍ਰਿਸ਼ਨਾ ਦੀ ਅੱਗ ਵੀ ਬੁਝ ਜਾਵੇਗੀ। ਸੁਖਾਂ ਸਿਰ ਸਦਾ ਸੁਖ ਹੋਏ, ਜਾਂ ਵਿੱਚੋਂ ਆਪ ਗਵਾਏ। ਮਹਾਰਾਜ ਆਖਦੇ ਨੇ ਸੁੱਖਾਂ ਦੇ ਸਿਰ ਸੁਖ, ਸੁੱਖਾਂ ਵਿੱਚੋਂ ਸਰੋਮਣੀ ਸੁਖ, ਸ੍ਰੇਸ਼ਟ ਸੁਖ ਜੀਵਨ ਦੇ ਅੰਦਰ ਪ੍ਰਾਪਤ ਹੋ ਜਾਵੇਗਾ। ਕਦੋਂ? ਜਦੋਂ ਆਪਾ ਭਾਵ ਅੰਦਰੋਂ ਮੁੱਕ ਜਾਵੇਗਾ, ਹਉਮੈ ਮੁੱਕ ਜਾਵੇਗੀ। ਨਾਨਕ ਹਉਮੈ ਰੋਗ ਬੁਰੇ, ਕਿਉਂਕਿ ਮਹਾਰਾਜ ਪਾਵਨ ਬਾਣੀ ਦੇ ਅੰਦਰ ਕਿਰਪਾ ਕਰਦੇ ਨੇ। ਹਉਮੈ ਦੀਰਘ ਰੋਗ ਹੈ, दारू पी समाए, किरपा करे जे अपनी ता गुर का शब्द कमाए। नानक कहे सुनो जनो, इत संजम दुख जाए। बस आ है ढंग गुरु दे शब्द नाल जुड़ के अपने अंदर नाम नू वसाइए, ते फिर अंदर भी ठंडा, मन भी ठंडा, तृष्णा दी अगन भी बुझ जावेगी। ते जदों मैं अंदरों निकल जावेगी, तू अंदर वस जावेगा। ते फिर महाराज आखदे ने सर्ब श्रेष्ठ सुख भाव सारियां नालों शिरोमणि सुख जीवन दे अंदर प्राप्त हो जावेगा। गुरमुख उदासी सो करे, जे सच रहै लिव लाए। गुरु दे सन्मुख होण वाला हौमे वालों उदास हो जाता है, भाव हौमे दा त्याग कर देंदा है, ਤ੍ਰਿਸ਼ਨਾ ਦਾ ਤਿਆਗ ਕਰ ਦਿੰਦਾ ਹੈ। ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਸ ਉੱਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਹ ਇਹਨਾਂ ਚੀਜ਼ਾਂ ਤੋਂ ਉਦਾਸ ਹੋ ਜਾਂਦਾ ਹੈ। ਪਰ ਕਦੋਂ? ਜਦੋਂ ਸੱਚੇ ਦੇ ਨਾਲ ਆਪਣੀ ਲਿਵ ਜੋੜ ਕੇ ਰੱਖਦਾ ਹੈ ਹਰ ਟਾਈਮ। ਚਿੰਤਾ ਮੂਲ ਨਾ ਹੋਵਈ, हर नाम रजा अगाए। क्योंकि नानक चिंता मत करो, चिंता तिसी है वाली गल जीवन दे अंदर आ जाती। वो चिंता आप नहीं करता, केवल चिंतन करता है, चिंता नहीं। कौन? जिस उत्ते गुरु आप कृपा करता है, जिस उत्ते गुरु आप मेहर करता है, गुरु दी मत द्वारा नाम विच रग्या रहिंदा है, ते फिर चिंता नहीं चिंतन करता है। चिंता वो अपनियां सारिया वाहिगुरु ते छड़ देंदा है। क्योंकि आप जी रोज ये बचन पढ़ते हो, उठत सुखिया बैठत सुखिया, भौनी लागे जा ऐसे बुझिया, राखा एक हमारा स्वामी, सगल गटां का अंतर जामी। सोई अचिंता जाग अचिंता, जहां कहा प्रभ तू वर्तनता। घर सुख वसिया बाहर सुख पाया, कहो नानक गुर मंत्र दड़ाया। सतगुरु इत्थे किरपा करते ने, जिस उत्ते ओ वाहिगुरु परमात्मा किरपा करदा है, गुरु नाल मिलाप होंदा है। जिस दा गुरु नाल मिलाप हो जाता है, वो नाम विच जुड़ के रज्जा रहिंदा है, ते उस दियां सारियां चिंतावां जिहड़ियां ने बिल्कुल खत्म हो जांदियां ने। मूल तो भाव मुढ़ों ही खत्म हो जांदियां हन। चिंता अंदर नहीं रह जाती, केवल चिंतन अंदर आ जाता है। क्योंकि आपां पढ़दे हां ना, बिना संतोख नहीं को राजै, सुपन मनोरथ बिरथे सब काजै। रजांगे कदों तृप्त भई, सच भोजन खाया। सच्चे दे नाम दा भोजन जदों खादा, फिर तृप्त हो गई। क्योंकि महाराज आखदे ने, तृप्त भई सच भोजन खाया, मन तन रसना नाम ध्याया। जीवना हर जीवना, जीवन हर जप साध संग। नानक नाम बिना नह छुटिया, हौमै पचे पचाए। गुरु रामदास, गुरु अमरदास पातशाह जी कृपा करते ने, नाम तो बगैर तृष्णा तो नहीं बचिया जा सकता, नाम तो बगैर हौमे तो नहीं बचिया जा सकता। ਜਿਹੜੇ ਸਾਧ ਸੰਗਤ ਨਾਮ ਤੋਂ ਵਾਂਝੇ ਰਹਿੰਦੇ ਨੇ, ਮਹਾਰਾਜ ਕਹਿੰਦੇ ਨੇ ਹਉਮੈ ਦੇ ਵਿੱਚ ਖੁਆਰ ਹੁੰਦੇ ਨੇ, ਮੈਂ ਦੇ ਵਿੱਚ ਖੁਆਰ ਹੁੰਦੇ ਨੇ। ਕਿਉਂਕਿ ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਚੇਤੇ ਨਹੀਂ ਆਂਦਾ, केवल ते केवल अपनी मैं दे अंदर ही खचत होए रहंदे हन। पौड़ी जिनी हर हर नाम ध्याया,
ਤਿਨੀ ਪਾਏ ਅੜੇ ਸਰਬ ਸੁਖਾ। ਜਿੰਨੀ ਤੋਂ ਭਾਵ ਜਿਨ੍ਹਾਂ ਨੇ। ਇੱਥੇ ਇਹ ਨਹੀਂ ਕਿ ਮੇਰਾ ਹੱਕ ਹੈ ਨਾਮ ਜਪਣਾ, ਤੇਰਾ ਹੱਕ ਨਹੀਂ। ਫਿਰ ਧਿਆਨ ਦੇਵਿਓ, ਜਦੋਂ ਸਤਿਗੁਰੂ ਦੀ ਪਾਵਨ ਬਾਣੀ ਨੂੰ ਪੜ੍ਹਦੇ ਆ, ਉੱਥੇ ਕੇਵਲ ਇਹ ਗੱਲ ਕਹੀ, ਕੋਈ ਜਨ ਹਰਸਿਓ ਦੇਵੈ ਜੋਰ। ਕੋਈ ਜਨ, ਭਾਵੇਂ ਰਵਿਦਾਸ ਚਮਾਰ ਹੋਵੇ, ਭਾਵੇਂ ਕਬੀਰ ਜੁਲਾਹਾ ਹੋਵੇ, ਭਾਵੇਂ ਨਾਮਾ ਛੀਂਬਾ ਹੋਵੇ, ਤੇ ਭਾਵੇਂ ਧੰਨਾ ਜੱਟ ਹੋਵੇ, ਕੋਈ ਵੀ ਹੋਵੇ, ਮੈਨੂੰ ਵਾਹਿਗੁਰੂ ਦੇ ਨਾਮ ਨਾਲ ਜੋੜ ਦੇਵੇ, ਮੈਂ ਉਸ ਦੇ ਚਰਨ ਫੜ ਲਵਾਂ। ਇੱਥੇ ਵੀ ਮਹਾਰਾਜ ਆਖਦੇ ਨੇ ਜਿੰਨੀ ਤੋਂ ਭਾਵ ਜਿਨ੍ਹਾਂ ਨੇ, ਭਾਵੇਂ ਉਹ ਕਿਸੇ ਵੀ ਕੁਲ ਵਰਨ ਦਾ ਹੋਵੇ, ਜਿਨਨੇ ਵੀ ਨਾਮ ਧਿਆਇਆ ਹੈ, ਉਹਨੇ ਸਾਰੇ ਸੁੱਖ ਆਪਣੇ ਜੀਵਨ ਦੇ ਅੰਦਰ ਪ੍ਰਾਪਤ ਕਰ ਲੈ। ਸਾਰੇ ਸੁੱਖ ਉਹਨੂੰ ਜੀਵਨ ਦੇ ਅੰਦਰ ਪ੍ਰਾਪਤ ਹੋ ਗਏ, ਕਿਉਂਕਿ ਉਹਨੂੰ ਸਮਝ ਆ ਗਈ ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਨ ਕੋਈ। ਬਸ ਨਾਮ ਹੀ ਦੁਆਰਾ ਸੁਖ ਪ੍ਰਾਪਤ ਹੋਣਾ, ਤੇ ਸੁੱਖਾਂ ਦਾ ਦਾਤਾ ਕੇਵਲ ਵਾਹਿਗੁਰੂ ਪਰਮਾਤਮਾ ਹੈ। ਅਬਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਮਹਾਰਾਜ ਆਖਦੇ ਨੇ ਜਿਨ੍ਹਾਂ ਨੇ ਵੀ ਵਾਹਿਗੁਰੂ ਪਰਮਾਤਮਾ ਦਾ ਨਾਮ ਧਿਆਇਆ, ਤਿੰਨਾਂ ਨੇ ਸਾਰੇ ਸੁੱਖ ਆਪਣੇ ਜੀਵਨ ਦੇ ਅੰਦਰ ਪ੍ਰਾਪਤ ਕਰ ਲਏ। ਸਭ ਜਨਮ ਤਿਨਾ ਕਾ ਸਫਲ ਹੈ, ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁਖਾ। ਸਾਧ ਸੰਗਤ, ਉਹਨਾਂ ਦਾ ਸਾਰਾ ਜਨਮ ਹੀ ਸਫਲ ਹੋ ਗਿਆ, ਆਰੰਭ ਤੋਂ ਲੈ ਕੇ ਅਖੀਰ ਤੱਕ ਸਾਰਾ। ਕਿਹਨਾਂ ਦਾ? ਜਿਨ੍ਹਾਂ ਨੂੰ ਹਰੀ ਦੇ ਨਾਮ ਦੀ ਭੁੱਖ ਲੱਗ ਗਈ। ਜਿਨ੍ਹਾਂ ਨੂੰ ਹਰੀ ਦੇ ਨਾਮ ਦੀ ਭੁੱਖ ਲੱਗ ਗਈ। ਵਿਅਰਥ ਕਿਹਨਾਂ ਦਾ ਹੈ? ਆਪ ਜੀ ਬਹੁਤ ਵਾਰੀ ਇਹ ਸ਼ਲੋਕ ਪੜ੍ਹਦੇ ਹੋ ਨਾ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਪਰ ਨਾਲ ਹੀ ਮਹਾਰਾਜ ਆਖਦੇ ਨੇ, ਜੇ ਗੁਣ ਗਾਵਾਂਗੇ ਜਨਮ ਸਫਲ ਹੋਵੇਗਾ। ਆਪ ਜੀ ਬਹੁਤ ਵਾਰੀ ਇਹ ਬਚਨ ਟੋਡੀ ਰਾਗ ਦੇ ਅੰਦਰ ਪੜ੍ਹਦੇ ਹੋ, ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾਂ ਕੋ ਕਿਰਪਾ ਧਾਰੀ ਸੋ ਸੁਖੀਆ। ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ। ਉਸ ਦਾ ਸਾਰਾ ਜਨਮ ਹੀ ਸਫਲ ਹੋ ਗਿਆ, ਸ਼ੁਰੂ ਤੋਂ ਲੈ ਕੇ ਐਂਡ ਤੱਕ। ਕਹਿੰਦਾ ਜਿਹਨੂੰ ਸੱਚੇ ਨਾਮ ਦੀ ਭੁੱਖ ਲੱਗ ਗਈ, ਜਿਹਨੂੰ ਸੱਚੇ ਨਾਮ ਦੀ ਅੰਦਰ ਤ੍ਰਿਸ਼ਨਾ ਲੱਗ ਗਈ। ਸਾਧ ਸੰਗਤ, ਇੱਕ ਤ੍ਰਿਸ਼ਨਾ ਹੈ ਜਿਹੜੀ ਸਾੜਦੀ ਏ, ਇੱਕ ਤ੍ਰਿਸ਼ਨਾ ਜਿਹੜੀ ਹੈ ਉਹ ਜੀਵਨ ਨੂੰ ਆਬਾਦ ਕਰਦੀ, ਸ਼ੁਭ ਗੁਣਾਂ ਨੂੰ ਆਬਾਦ ਕਰਦੀ ਏ। ਵੇਖੋ ਮਹਾਰਾਜ ਆਖਦੇ ਨਾ, ਮਨ ਭੁੱਖਾ ਭੁੱਖਾ ਮਤ ਕਰੇ, ਮਤ ਤੂੰ ਕਰੇ ਪੁਕਾਰ, ਲੱਖ 84 ਜਿਨਸਰੀ ਸਭਸੇ ਦੇ ਆਧਾਰ। ਦੂਜੇ ਪਾਸੇ ਆਖਦੇ ਨੇ ਸੱਚੇ ਨਾਮ ਦੀ ਭੁੱਖ ਲੱਗ ਗਈ, ਕਿਉਂਕਿ ਜਿਨ੍ਹਾਂ ਨੂੰ ਭੁੱਖ ਲੱਗੀ, ਜਿਨ੍ਹਾਂ ਦੇ ਅੰਦਰ ਇਹ ਜਾਗ ਲੱਗੀ ਨਾਮ ਜਪਣ ਵਾਰੀ, ਉਹਨਾਂ ਦਾ ਸਾਰਾ ਜਨਮ ਸੁਖੀ ਹੋ ਗਿਆ। ਜਿਨੀ ਗੁਰ ਕੈ ਬਚਨ ਆਰਾਧਿਆ, ਤਿਨ ਵਿਸਰ ਗਏ ਸਭ ਦੁਖਾ। ਜਿਨ੍ਹਾਂ ਨੇ ਗੁਰੂ ਦੇ ਬਚਨਾਂ ਦੁਆਰਾ ਵਾਹਿਗੁਰੂ ਪਰਮਾਤਮਾ ਨੂੰ ਰਾਧਿਆ, ਉਹਨਾਂ ਨੂੰ ਸਾਰੀ ਜ਼ਿੰਦਗੀ ਦੇ ਅੰਦਰ ਸੁਖ ਪ੍ਰਾਪਤ ਹੋ ਗਏ। ਤੇ ਸੰਤ ਭਲੇ ਗੁਰ ਸਿੱਖ ਹੈ, ਜਿਨ ਨਾਹੀ ਚਿੰਤ ਪਰਾਈ ਚੁਖਾ। ਉਹ ਸੰਤ ਗੁਰ ਸਿੱਖ ਭਲੇ ਹਨ, ਚੰਗੇ ਹਨ, ਜਿਨ੍ਹਾਂ ਨੂੰ ਪਰਾਈ ਚੁਖਾ, ਭਾਵ ਪਰਾਈ ਆਸ ਨਹੀਂ। ਚੁਖਾ ਤੋਂ ਭਾਵ ਰਤਾ ਜਿਨੇ ਵੀ, ਬਿੰਦ ਬਿੰਦ ਚੁਖ ਚੁਖ ਹੋਏ, ਚੁਖਾ। ਜਿਨ੍ਹਾਂ ਨੂੰ ਰਤਾ ਭਰ ਵੀ ਮਹਾਰਾਜ ਆਖਦੇ ਨੇ ਪਰਾਈ ਆਸ ਨਹੀਂ। ਕੇਵਲ ਤੇ ਕੇਵਲ ਅੰਦਰ ਟੇਕ ਹੈ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ। ਉਹ ਗੁਰਸਿੱਖ ਸੰਤ ਭਲੇ ਹਨ।
ਧਨ ਧਨ ਤਿਨਾ ਕਾ ਗੁਰੂ ਹੈ, ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਤਤ ਕੱਢਿਆ, ਉਹ ਤਾਂ ਭਲੇ ਹਨ ਹੀ ਸੰਤ ਗੁਰਸਿੱਖ ਜਿਹੜੇ ਨਾਮ ਜਪਦੇ ਨੇ, ਨਾਮ ਨਾਲ ਜੁੜਦੇ ਨੇ, ਪਰ ਉਹਨਾਂ ਦਾ ਗੁਰੂ ਵੀ ਧਨ ਕਹਿਣ ਦੇ ਯੋਗ ਹੈ, ਜਿਸ ਦੇ ਮੂੰਹ ਵਿੱਚੋਂ ਅੰਮ੍ਰਿਤ ਫਲ ਜਿਹੜੇ ਹਨ ਉਹ ਅੰਮ੍ਰਿਤ ਬੋਲ ਨਿਕਲਦੇ ਨੇ, ਆਤਮਿਕ ਜੀਵਨ ਦੇਣ ਵਾਲੇ ਬੋਲ ਨਿਕਲਦੇ ਨੇ। ਮਹਾਰਾਜ ਆਖਦੇ ਨੇ ਉਹਨਾਂ ਦਾ ਗੁਰੂ ਵੀ ਧਨਤਾ ਦੇ ਯੋਗ ਹੈ, ਧਨ ਕਹਿਣ ਦੇ ਯੋਗ ਹੈ। ਜੋ ਆਵਹਿ ਸੇ ਜਾਹੇ ਫੁਨ, ਆਏ ਗਏ ਪਛੁਤਾਹੇ। ਜੋ ਆਏ ਹਨ, ਇਹ ਪੌੜੀ ਹੈ ਓੰਕਾਰ ਬਾਣੀ ਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ, ਜਿਸ ਦੀ ਆਪਾਂ ਲੜੀਵਾਰ ਵਿਚਾਰ ਕਰ ਰਹੇ ਹਾਂ। ਜੋ ਆਏ ਨੇ ਉਹਨਾਂ ਨੇ ਜਾਣਾ ਹੈ, ਪਰ ਜੇ ਅੰਦਰ ਮਮਤਾ ਲੱਗੀ ਹੋਈ ਹੈ, ਫਿਰ ਮਹਾਰਾਜ ਆਖਦੇ ਨੇ ਆਏ ਵੀ ਤੇ ਚਲੇ ਵੀ ਗਏ, ਪਰ ਪਛਤਾਵਾ ਅੰਦਰੋਂ ਨਹੀਂ ਮੁੱਕਿਆ। ਜਿਹੜੇ ਆਏ ਨੇ ਉਹਨਾਂ ਨੇ ਜਾਣਾ ਜ਼ਰੂਰ ਹੈ, ਪਰ ਜਿਹੜੇ ਆਏ ਕੇਵਲ ਸੰਸਾਰੀ ਮੋਹ ਮਮਤਾ ਦੇ ਅੰਦਰ ਫਸੇ ਰਹੇ, ਉਹ ਆਏ ਵੀ ਚਲੇ ਵੀ ਗਏ, ਪਰ ਉਹਨਾਂ ਦਾ ਪਛਤਾਵਾ ਨਹੀਂ ਮੁੱਕਿਆ। 184 ਹਮੇਦਨੀ, ਘਟੈ ਨ ਵਧੈ ਉਤਾਹੇ। ਗੁਰਬਾਣੀ ਗੁਰੂ ਨੇ ਦੋ ਗੱਲਾਂ ਕੀਤੀਆਂ ਨੇ। ਇੱਕ ਹੈ ਗੁਰ ਕਿਰਪਾ ਜਿਹ ਨਰ ਕੋ ਕੀਨੀ, ਤਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜੋ ਪਾਨੀ ਸੰਗ ਪਾਰੀ। ਤੇ ਇੱਕ ਉਹ ਹਨ ਕਿਹੜੇ, ਇਸ ਪੌੜੀ ਤੇ ਜੋ ਨਰ ਚੂਕੈ ਆਏ ਜਾਏ। ਫਿਰ ਧਿਆਨ ਦੇਵਿਓ, ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਇਹ ਪੰਕਤੀਆਂ ਆਪਾਂ ਪੜ੍ਹਦੇ ਆ। ਮਹਾਰਾਜ ਆਖਦੇ ਨੇ ਜਿਹੜੇ ਨਾਮ ਨੂੰ ਵਿਸਾਰ ਦਿੰਦੇ ਨੇ ਉਹਨਾਂ ਦਾ 84 ਦਾ ਗੇੜ ਘਟਦਾ ਵੱਧਦਾ ਨਹੀਂ। ਭਾਵ ਇੱਕ ਵਾਰੀ ਮਨੁੱਖਾ ਜਨਮ ਪ੍ਰਾਪਤ ਕੀਤਾ, ਨਾਮ ਨਹੀਂ ਜਪਿਆ, ਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਬਣੇ, ਤੇ 84 ਦਾ ਗੇੜ ਫਿਰ ਸ਼ੁਰੂ ਹੋ ਗਿਆ। 84 ਦਾ ਗੇੜ ਫਿਰ ਸ਼ੁਰੂ ਹੋ ਗਿਆ, ਤੇ ਫਿਰ 84 ਲੱਖ ਜ਼ੋਨਾਂ ਦੇ ਵਿੱਚੋਂ ਉਹਨੂੰ ਘੁੰਮਣਾ ਹੀ ਪਵੇਗਾ। ਇਹ ਨਾ ਵਧੇਗਾ ਨਾ ਘਟੇਗਾ। ਫਿਰ ਦੁਬਾਰਾ ਪੜ੍ਹ ਦਿਓ। 184 ਹਮੇਦਨੀ, ਘਟੈ ਨ ਵਧੈ ਉਤਾਹੇ। ਉਸ ਦੀ ਨਾ ਇਹ 84 ਲੱਖ ਜ਼ੋਨ ਵਾਰੀ ਜਿਹੜੀ ਨਾ ਚੱਕਰ, ਜਨਮ ਮਰਨ ਦਾ ਚੱਕਰ, ਨਾ ਘਟਦਾ ਨਾ ਵੱਧਦਾ। ਭਾਵ ਫਿਰ ਇਹ 84 ਦਾ ਗੇੜ ਆਰੰਭ ਹੋ ਜਾਂਦਾ ਹੈ। ਜਿਵੇਂ ਮੈਂ ਕਿਰਪਾ ਕੀਤੀ, ਗੁਰੂ ਮਿਹਰ ਕਰ ਦੇਵੇ, ਆਪ ਜੀ ਦੇ ਨਾਲ ਬਚਨ ਸਾਂਝਾ ਕੀਤਾ ਵੀ ਜੇ ਤਾਂ ਗੁਰੂ ਕਿਰਪਾ ਕਰ ਦੇਵੇ, ਵਾਹਿਗੁਰੂ ਵਿੱਚ ਲੀਨ, ਤੇ ਜੇ ਗੁਰੂ ਦੀ ਕਿਰਪਾ ਤੋਂ ਵਾਂਝੇ ਰਹਿ ਗਏ ਤੇ ਫਿਰ ਦੁਬਾਰਾ ਜਨਮ ਮਰਨ ਦਾ ਗੇੜ ਆਰੰਭ, ਤੇ 84 ਦੇ ਗੇੜ ਵਿੱਚੋਂ ਫਿਰ ਘੁੰਮਣਾ ਪੈਂਦਾ ਹੈ। ਸੇ ਜਨ ਉਬਰੇ ਜਿਨ ਹਰ ਪਾਇਆ। ਉਹ ਜਨ, ਉਹ ਮਨੁੱਖ, ਉਹ ਸੇਵਕ ਬਚ ਗਏ। ਉਬਰੇ ਤੋਂ ਭਾਵ ਬਚ ਗਏ, ਜਿਨ੍ਹਾਂ ਨੂੰ ਵਾਹਿਗੁਰੂ ਪਰਮਾਤਮਾ ਭਾ ਗਿਆ, ਜਿਨ੍ਹਾਂ ਨੂੰ ਵਾਹਿਗੁਰੂ ਪਰਮਾਤਮਾ ਚੰਗਾ ਲੱਗਾ, ਉਹਨਾਂ ਦਾ 84 ਦਾ ਗੇੜ ਮੁੱਕ ਗਿਆ, ਜਨਮ ਮਰਨ ਦਾ ਗੇੜ ਮੁੱਕ ਗਿਆ। ਧੰਦਾ ਮੂਆ ਵਿਗੂਤੀ ਮਾਇਆ। ਉਹਨਾਂ ਦਾ ਧੰਦਾ ਵੀ ਮੂਆ ਤੋਂ ਭਾਵ ਮੁੱਕ ਗਿਆ, ਦੁਨਿਆਵੀ ਧੰਦੇ ਵੀ ਮੁੱਕ ਗਏ, ਤੇ ਜਿਹੜੀ ਮਾਇਆ ਖੁਆਰ ਕਰਦੀ ਹੈ, ਇਹ ਵੀ ਉਹਨਾਂ ਨੂੰ ਖੁਆਰ ਨਹੀਂ ਕਰ ਸਕਦੀ, ਬਲਕਿ ਉਹਨਾਂ ਦੇ ਰਾਹੀਂ ਇਹ ਖੁਆਰ ਹੁੰਦੀ। ਫਿਰ ਧਿਆਨ ਦੇਵਿਓ, ਮਾਇਆ ਵਿਗੁੱਤੀ, ਧੰਦਾ ਜਿਹੜਾ ਹੈ ਨਾ ਉਹ ਛੁੱਟ ਗਿਆ, ਤੇ ਮਾਇਆ ਵਿਗੁੱਤੀ, ਜਿਹੜੀ ਮਾਇਆ ਸਭਨਾਂ ਨੂੰ ਖੁਆਰ ਕਰਦੀ ਏ। ਰੱਬ ਦੇ ਪਿਆਰੇ ਮਾਇਆ ਨੂੰ ਖੁਆਰ ਕਰਦੇ ਨੇ, ਮਾਇਆ ਉਹਨਾਂ ਨੂੰ ਖੁਆਰ ਨਹੀਂ ਕਰਦੀ। ਜੋ ਦੀਸੈ ਸੋ ਚਾਲ ਸੀ, ਕਿਸ ਕੋ ਮੀਤ ਕਰਿਓ। ਮਹਾਰਾਜ ਆਖਦੇ ਨੇ ਜੋ ਕੁਝ ਵੇਖ ਰਿਹਾ, ਸਭ ਕੁਝ ਚੱਲਣ ਹਾਰੇ, ਬਿਨਸਨ ਹਾਰੇ,
ਕਿਹਨੂੰ ਮਿੱਤਰ ਬਣਾਵਾਂ, ਕਿਹਨੂੰ ਆਪਣਾ ਦੋਸਤ ਬਣਾਵਾਂ, ਕਿਸ ਨਾਲ ਆਪਣੀ ਮਿੱਤਰਤਾ ਬਣਾਵਾਂ। ਕਿਉਂਕਿ ਮਹਾਰਾਜ ਪਾਵਨ ਬਾਣੀ ਦੇ ਅੰਦਰ ਵੀ ਕਿਰਪਾ ਕਰਦੇ ਨੇ, ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ। ਸਾਰਾ ਜਗਤ ਚਲਾਈਮਾਨ ਹੈ, ਨਾਸ਼ਵੰਤ ਹੈ। ਕਿਸ ਨਾਲ ਮਿੱਤਰਤਾ ਪਾਵਾਂ, ਕਿਸ ਨਾਲ ਦੋਸਤੀ ਪਾਵਾਂ, ਇਹ ਸਵਾਲ ਹੈ। ਜੀਉ ਸੰਪਉ ਆਪਣਾ ਤਨ ਮਨ ਆਗੈ ਦੇਉ। ਕਿਉਂਕਿ ਇਹਨਾਂ ਦੇ ਵਿੱਚੋਂ ਤਾਂ ਅਸਲੀ ਮਿੱਤਰ ਕੋਈ ਨਹੀਂ। ਜਿਹੜਾ ਅੱਗੇ ਸਾਥ ਦੇਵੇ, ਪਰ ਮੈਂ ਹੁਣ ਉਹ ਮਿੱਤਰ ਜਿਹੜਾ ਵਾਹਿਗੁਰੂ ਪਰਮਾਤਮਾ ਇੱਥੇ ਵੀ ਸਾਥ ਨਿਭਾਉਂਦਾ ਹੈ ਤੇ ਅੱਗੇ ਵੀ ਸਾਥ ਨਿਭਾਉਂਦਾ ਹੈ, ਉਹਨੂੰ ਆਪਣਾ ਤਨ ਵੀ ਦਿੰਦਾ ਹਾਂ ਤੇ ਮਨ ਵੀ ਦਿੰਦਾ ਹਾਂ। ਮੈਂ ਸਭ ਕੁਝ ਉਸ ਅੱਗੇ ਆਪਣਾ ਅਰਪਣ ਕਰਦਾ ਹਾਂ। ਰੋਜ਼ ਆਪਾਂ ਅਰਦਾਸ ਤੋਂ ਪਹਿਲਾਂ ਇਹ ਬਚਨ ਗੁਰੂ ਚਰਨਾਂ ਦੇ ਅੰਦਰ ਦੁਹਰਾਨੇ ਆ। ਭਾਵੇਂ ਤੂੰ ਠਾਕੁਰ ਤੁਮ ਪੈ ਅਰਦਾਸ ਵਾਲੀ ਗੱਲ ਕਰੀਏ ਜਾਂ ਸੰਖੇਪ ਰੂਪ ਵਿੱਚ ਆਮ ਤੌਰ ਤੇ ਆਪਾਂ ਛੋਟੇ ਬਚਨ ਵੀ ਜਿਹੜੇ ਨੇ ਕਈ ਵਾਰੀ ਪੜ੍ਹਦੇ ਹਾਂ। ਮਹਾਰਾਜ ਇਹ ਮੈਂ ਬੇਨਤੀ ਕਰਾਂ, ਅਰਦਾਸ ਦਾ ਅੰਗ ਨਹੀਂ, ਕਿਉਂਕਿ ਹਰਿਮੰਦਰ ਸਾਹਿਬ ਦੇ ਅੰਦਰ ਅਰਦਾਸ ਹੁੰਦੀ ਏ, ਉੱਥੇ ਬਚਨ ਨਹੀਂ ਦੁਹਰਾਏ ਜਾਂਦੇ। ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, तुम मात पिता हम बारग तेरे, तुमरी कृपा में सो कनेरे, कोई न जाने तुमरा अंत, ऊंचे ते ऊंचा भगवंत, सगल समगरी तुमरे सूत्र धारी, तुम ते होए सुआज्ञाकारी, तुमरी गात मित तुम ही जानी, नानक दास सदा कुर्बानी। महाराज आखदे ने हर चीज नासवंत है, हर चीज ਚਲਾਈ ਮਾਨ ਹੈ, ਕਿੰਨੂੰ ਮਿੱਤਰ ਬਣਾਵਾ। ਪਰ ਵਾਹਿਗੁਰੂ ਤੇਰੇ ਵਰਗਾ ਮਿੱਤਰ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਂਦਾ। ਤੂੰ ਇੱਥੇ ਵੀ ਸਾਥ ਨਿਭਾਉਣ ਵਾਲਾ ਹੈ, ਅੱਗੇ ਵੀ ਸਾਥ ਨਿਭਾਉਣ ਵਾਲਾ ਹੈ। ਕਿਉਂਕਿ ਜੈ ਜੈ ਪੇਖੋਂ ਤੈ ਹਜ਼ੂਰ, ਦੂਰ ਕਤੋਂ ਨਾ ਜਾਈ, ਰਾਵਰਿਆ ਸਰਬੱਤਰ ਮੈਂ, ਮਨ ਸਦਾ ਧਿਆਈ, ਈਤ ਊਤ ਨੀ ਬੇਛੁੜੈ, ਸੁਖ ਸੰਗੀ ਗਨੀਐ, ਬਿਨ ਸਜਾਏ ਜੋ बिन सजाए जो निमख में सो अल्प सुख भरी है। महाराज आखदे ने वो वाहिगुरु परमात्मा इत्थे भी उथे भी साथ निभाने वाला है। क्योंकि सज्जन नूं इहो गल ही समझाई सी ना, सज्जन से ही नाल में चलदिया नाल चलन, जिथे लेखा मंगीए तिथे खड़े दिसन। इत्थे महाराज आखदे ने सारा संसार नासवंत है, किन्नू मित्र बनावा। ते आप ही जवाब देंदे हन गुरु पातशाह जी किरपा दे घर विच आके गुरु नानक पातशाह जेड़ा वाहिगुरु परमात्मा इत्थे भी उथे भी साथ निभाने वाला है। मैं अपना तन भी ते मन भी उसनू अर्पण करदा हां। असथिर करता तू तणी, तिस ही की मैं ओट। केवल वो स्थिर रहने वाला वाहिगुरु परमात्मा जेड़ा संसार नू बनाने वाला है, मैनू उस दा आसरा है, उसकी ओट है। गुण की मारी हौ मोई, शब्द रती मन चोट। जदों अंदर गुण आ गए ते फिर हौ जिहड़ी है अंदरों मर गई। ते साध संगत जदों शब्द की ठोकर वजी, शब्द चोट तो भाव शब्द की ठोकर वजी। क्योंकि आ जिहड़े आपां बचन पढ़दे ना, गगन दमामा बाजियो परियो निशाने घाओ, खेत जो मांडियो सूरमा, अब जूझन को दाओ, सूरा सो पहचानिए, जो लरे दीन के हेत, पुरजा पुरजा कट मरे, कबू न छाड़े खेत। जदों गुण अंदर आ जाते ने ते मैं जिहड़ी है, हौमे जिहड़ी है, वो अंदरों मर जाती है। ते जदों शब्द की ठोकर लगदी ना बंदे नूं, फिर साध संगत शब्द की चोट नाल बंदा जिहड़ा रब की किरपा का पात्र बनदा है। दुनिया दे विच रहिंदा होया दुनिया तो निर्लेप होके
ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਦਿੱਤੀਆਂ ਹੋਈਆਂ ਦਾਤਾਂ ਦਾ ਸੁਖ ਭੋਗਦਾ ਹਰ ਵੇਲੇ ਇਹ ਅਰਦਾਸ ਕਰਦਾ ਹੈ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਜਦੋਂ ਇਹ ਅਵਸਥਾ ਬਣੇਗੀ ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਜੀਵਨ ਦੇ ਅੰਦਰ ਬਣ ਜਾਵੇਗੀ। ਸਤਿਗੁਰੂ ਕਿਰਪਾ ਕਰਨ। ਅਸੀਂ ਸਾਧ ਸੰਗਤ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਮੈਂ ਬੇਨਤੀ ਕਰਾਂਗਾ, ਜਿਹੜੇ ਗੁਰੂ ਵਾਲੇ ਬਣ ਗਏ, ਗੁਰੂ ਦੀ ਮੱਤ ਦੁਆਰਾ ਰਹਿਤਾਂ ਦੇ ਵਿੱਚ ਰਹਿ ਕੇ ਕਰਹਿਤਾਂ ਤੋਂ ਬਚ ਕੇ ਚਲੀਏ, ਤੇ ਜਿਹੜੇ ਭਾਈ ਗੁਰੂ ਵਾਲੇ ਨਹੀਂ ਬਣੇ ਉਹ ਵੀ ਗੁਰੂ ਵਾਲੇ ਬਣੋ, ਕਿਉਂਕਿ ਨਿਗੁਰੇ ਕਾ ਹੈ ਨਾਉ ਬੁਰਾ ਵਾਲੀ ਗੱਲ ਆਪਾਂ ਪਾਵਨ ਬਾਣੀ ਦੇ ਅੰਦਰ ਦੁਹਰਾਈ ਹੈ। ਸਤਿਗੁਰੂ ਕਿਰਪਾ ਕਰਨ। ਇੰਨੇ ਕੁ ਬਚਨ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਆਪ ਸਾਰੇ ਸਰਵਨ ਕਰੋ ਜੀ। ਆਸ ਥਿਰ ਕਰਤਾ ਤੂੰ ਤਾਣੀ, ਤਿਸ ਹੀ ਕੀ ਮੈਂ ਓਟ। ਗੁਣ ਕੀ ਮਾਰੀ ਹਉ ਮੋਈ, ਸ਼ਬਦ ਰਤੀ ਮਨ ਚੋਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।